ਸ੍ਰੀ ਵਾਹਿਗੁਰੂ ਜੀ। ਇੱਕ ਓੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਕਾਲ ਮੂਰਤ ਅਜੋਨੀ ਸੈਭੰ ਗੁਰ ਪ੍ਰਸਾਦ। ਜੇਤਾ ਸਮੁੰਦ ਸਾਗਰ ਨੀਰ ਭਰਿਆ ਤੇ ਔਗਣ ਹਮਾਰੇ। ਦਇਆ ਕਰੋ ਕਿਛ ਮੇਰੇ ਉਪਾਰ ਡੁੱਬਦੇ ਪੱਥਰ ਤਾਰੇ। ਬੇਸੁਮਾਰ ਅਥਾਹ ਅਗੰਤ ਅਤੋਲੇ ਜਿਉ ਬੁਲਾਵੋ ਤਿਉ ਨਾਨਕ ਦਾਸ ਬੋਲੇ। ਸਨਮਾਨਯੋਗ ਸਤ ਸੰਗਤ ਜੀਓ, ਗੁਰਦੇਵ ਦੀ ਬਖਸ਼ਿਸ਼ ਨਿਮਰ ਫਤਿਹ ਕਬੂਲ ਕਰਨੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸ਼ਾਮ ਦੇ ਦੀਵਾਨ ਦੇ ਵਿੱਚ ਸੋਦਰ ਰਹਿਰਾਸ ਸਾਹਿਬ ਜੀ ਦੇ ਪਾਠ ਤੋਂ ਉਪਰੰਤ ਸਿੱਖ ਜਗਤ ਦੀ ਮਾਇਆਨਾਜ ਹਸਤੀ ਸਤਿਕਾਰਯੋਗ ਭਾਈ ਗੁਰਮੇਲ ਸਿੰਘ ਜੀ ਰਸ ਲਬਰੇਜ਼ ਕੀਰਤਨ ਸਰਵਣ ਕਰਾ ਰਹੇ ਸਨ। ਭਾਈ ਸਾਹਿਬ ਭਾਈ ਨੰਦ ਲਾਲ ਜੀ ਨੇ ਜੋ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੀ ਉਸਤਤ ਬੇਸ਼ਕੀਮਤੀ ਅੰਦਾਜ਼ ਦੇ ਵਿੱਚ ਲਿਖੀ ਹੈ, ਭਾਈ ਸਾਹਿਬ ਆਪ ਨੂੰ ਸਰਵਣ ਕਰਾ ਰਹੇ ਸਨ। ਤਕਰੀਬਨ ਦਾਸ ਕਾਫੀ ਸਮੇਂ ਤੋਂ ਗੁਜ਼ਾਰਿਸ਼ ਕਰ ਰਿਹਾ, ਦਸੰਬਰ ਜਨਵਰੀ ਦਾ ਸਾਰਾ ਹੀ ਮਹੀਨਾ ਮੈਂ ਬੇਨਤੀ ਵੀ ਕੀਤੀ ਕਿ ਗੁਰੂ ਗੋਬਿੰਦ ਸਿੰਘ ਜੀ ਦੀਆਂ ਮਹਾਨ ਸਿਮਰਤੀਆਂ ਨੂੰ ਜੁੜਿਆ ਹੋਇਆ ਹੈ। ਸਾਹਿਬਜ਼ਾਦਿਆਂ ਦੀ ਸ਼ਹਾਦਤ, ਪਿਤਾ ਦੀ ਸ਼ਹਾਦਤ, ਮਾਤਾ ਦੀ ਸ਼ਹਾਦਤ, ਪ੍ਰਕਾਸ਼ ਪੁਰਬ, ਮਾਘੀ ਦੇ ਜੋੜ ਮੇਲੇ, ਮੈਂ ਲੜੀਵਾਰ ਗੁਜ਼ਾਰਿਸ਼ ਬਾਰ-ਬਾਰ ਕਰ ਰਿਹਾ ਤੇ ਭਾਈ ਸਾਹਿਬ ਨੇ ਸ਼ਬਦ ਵਰਤੇ, ਗੁਰੂ ਗੋਬਿੰਦ ਸਿੰਘ ਸਾਹਿਬ ਦੀ ਮਹਿਮਾ ਵਿੱਚ ਬਾ ਕਮਾਲ ਹੱਕ ਹੱਕ ਅੰਦੇਸ ਗੁਰੂ ਗੋਬਿੰਦ ਸਿੰਘ, ਬਾਦਸ਼ਾਹ ਦਰਵੇਸ਼ ਗੁਰੂ ਗੋਬਿੰਦ ਸਿੰਘ। ਉਹ ਗੁਰੂ ਗੋਬਿੰਦ ਸਿੰਘ ਸਾਹਿਬ ਜਿਨ੍ਹਾਂ ਦੀ ਮਹਿਮਾ ਕਥਨ ਨਹੀਂ ਕੀਤੀ ਜਾ ਸਕਦੀ, ਵਰਣਨ ਨਹੀਂ ਕੀਤੀ ਜਾ ਸਕਦੀ। ਇਤਿਹਾਸਕਾਰ, ਕਵੀ, ਸਾਹਿਤਕਾਰ ਤਮਾਮ ਕਹਿੰਦੇ ਨੇ ਕਰਤਾਰ ਕੀ ਸੌਗੰਧ ਹੈ, ਨਾਨਕ ਕੀ ਕਸਮ ਹੈ, ਜਿਤਨੀ ਵੀ ਹੋ ਗੋਬਿੰਦ ਕੀ ਤਾਰੀਫ ਵੋ ਕਮ ਹੈ। ਤੇ ਮੈਨੂੰ ਕਈ ਦਫਾ ਐਸਾ ਪ੍ਰਤੀਤ ਹੁੰਦਾ ਹੈ ਮਹਾਰਾਜ ਦੇ ਇਹ ਸ਼ਬਦ ਗੁਰੂ ਕਲਗੀਧਰ ਜੀ ਦੇ ਪਰਥਾਈ ਹਨ। ਤੇਰੇ ਕਵਨ ਕਵਨ ਗੁਣ ਕਹਿ ਕਹਿ ਗਾਵਾਂ, ਤੂੰ ਸਾਹਿਬ ਗੁਣੀ ਨਿਦਾਨਾ। ਜਾਂ ਜਿਹਬਾ ਏਕ ਕਵਨ ਗੁਣ ਕਹੀਏ, ਬੇਸੁਮਾਰ ਬੇਅੰਤ ਸੁਆਮੀ, तेरो अंत न कि नहीं लईए। तो ऐसे सतगुरु की वडियाई जितनी भी रसना बयान करे
ਕਰਨ ਤੋਂ ਪਰੇ ਹੈ, ਅਗਾਧ ਬੋਧ ਹੈ। ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਪਿਤਾ ਧੰਨ ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਜੋ ਸਲੋਕਾਂ ਦੀ ਵਿਚਾਰ ਚੱਲ ਰਹੀ ਹੈ, ਜੋ ਹਜ਼ੂਰ ਨੇ ਆਪਣੀ ਰਸਨਾ ਤੋਂ ਉਚਾਰਨ ਕੀਤੇ ਹਨ, ਤੇ ਮੈਂ ਕਈ ਦਫਾ ਅਰਜ਼ ਕੀਤੀ ਹੈ, ਗੁਰੂ ਦੇ ਸਿੱਖ ਲਈ ਗੁਰੂ ਦੇ ਬੋਲ ਬ੍ਰਹਮ ਬੋਲ ਹਨ। It will be enlightened the whole trier. We cannot describe anything about that. ਉਹ ਮਹਾਨ ਖਜ਼ਾਨਾ ਬਾਣੀ ਦਾ ਗੁਰੂ ਦੇ ਸਿੱਖ ਲਈ ਬੇਅੰਤ ਦਾਤ ਹੈ। ਤੇ ਧੰਨ ਗੁਰੂ ਤੇਗ ਬਹਾਦਰ ਸਾਹਿਬ ਨੇ ਜੋ ਸਲੋਕ ਉਚਾਰਨ ਕੀਤੇ, ਸ਼ਬਦ ਉਚਾਰਨ ਕੀਤੇ ਹਨ, ਉਹ ਇੱਕ ਇੱਕ ਸਲੋਕ ਨੂੰ, ਸ਼ਬਦ ਨੂੰ ਜੋ ਪੜ੍ਹੀਏ ਤੇ ਸੰਸਾਰ ਦੀ ਅਸਲੀਅਤ ਪਤਾ ਚੱਲਦੀ ਹੈ, ਜਗਤ ਦੀ ਰਿਐਲਿਟੀ ਪਤਾ ਚੱਲਦੀ ਹੈ, ਬ੍ਰਹਮ ਦਾ ਗਿਆਨ ਪ੍ਰਾਪਤ ਹੁੰਦਾ ਹੈ। ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਜੋ ਸਲੋਕ ਹਨ, ਉਹ ਗੁਰੂ ਗ੍ਰੰਥ ਸਾਹਿਬ ਜੀ ਦੇ ਲਾਸਟ ਦੇ ਵਿੱਚ ਦਰਜ ਹਨ, ਤੇ ਗਾਲਬਨ ਆਪ ਜੀ 45 ਸਲੋਕਾਂ ਦੀ ਵਿਚਾਰ ਲੜੀਵਾਰ ਸਰਵਣ ਕਰ ਚੁੱਕੇ ਹੋ। ਮੈਂ ਲੜੀ ਜੋੜਨ ਲਈ ਦੁਹਰਾ ਦਿਆਂ। ਜਿਸ ਸਲੋਕ ਦੀ ਵਿਚਾਰ ਚੱਲ ਰਹੀ ਸੀ, ਉਹਦੇ 'ਚ ਹਜ਼ੂਰ ਜ਼ਿਕਰ ਕਰ ਰਹੇ ਹਨ, ਸੁਆਮੀ ਕੋ ਗ੍ਰਹਿ ਜਿਉ ਸਦਾ, ਸਵਾਨ ਤਜਤ ਨਹੀਂ ਨਿਤ। ਮਹਾਰਾਜ ਕਹਿੰਦੇ ਨੇ ਕੂਕਰ ਦਾ ਇੱਕ ਗੁਣ ਹੈ, ਸੁਭਾਅ ਹੈ ਕਿ ਉਹ ਵਫਾਦਾਰ ਹੈ, ਉਹ ਐਬਸੋਲੂਟਲੀ ਸਰੈਂਡਰ ਹੈ। ਤੇ ਖਾਸ ਤੌਰ ਉੱਤੇ ਇਹ ਵੈਸਟਰਨ ਦੁਨੀਆ ਦੇ ਵਿੱਚ ਤੇ ਗੁਸਤਾਖੀ ਮਾਫ, ਪਹਿਲੇ ਹੀ ਮੈਂ ਖਿਮਾ ਮੰਗ ਲਾਂ, ਲੋਕਾਂ ਦਾ ਬੰਦਿਆਂ ਨਾਲੋਂ, ਮਨੁੱਖਾਂ ਨਾਲੋਂ ਜ਼ਿਆਦਾ ਪਿਆਰ ਜਿਹੜਾ ਹੈ ਉਹ ਕੁੱਤਿਆਂ ਨਾਲ ਹੈ, ਡੌਗ ਨਾਲ ਹੈ। ਇਹ ਨਾਲ ਹੀ ਡੈਲਕੋ ਪਲਾਜ਼ਾ ਹੈ। ਕਈ ਦਫਾ ਮੈਂ ਸ਼ਾਮ ਨੂੰ ਚਲਾ ਜਾਂਦਾ, ਵਾਕ ਕਰਦੇ ਆ, ਵੀਰ ਜੀ ਬੈਠੇ ਨੇ, ਉਹ ਮੈਂ ਦੇਖਿਆ 5-5, 6-6 ਸਾਲ ਦੇ ਬੱਚੇ ਉੱਥੇ ਕੈਨਲ ਕਲੱਬ ਜਿਹੜੀ ਹੈ ਉਹ ਲੈ ਕੇ ਆਉਂਦੇ ਨੇ, ਤੇ ਬੱਚੇ ਇੰਨੇ ਕਰੇਜ਼ੀ ਹੈ, ਮੈਂ ਹੈਰਾਨ ਹੈ। ਕੁੱਤਿਆਂ ਨੂੰ ਉਹ ਬਾਂਹ ਰੱਖ ਦਿੰਦੇ ਨੇ, ਉਹ ਬਾਂਹ ਨੂੰ ਚੱਟਦੇ ਨੇ, ਉਹ ਕੁੱਤਿਆਂ ਨਾਲ ਖੇਲਦੇ ਨੇ। ਗੁਰੂ ਤੇਗ ਬਹਾਦਰ ਸਾਹਿਬ ਕਹਿੰਦੇ ਨੇ ਉਹ ਵਫਾਦਾਰ ਹੈ। ਉਹਦੀ ਅਬਜ਼ਰਵੇਸ਼ਨ ਬੜੀ ਗਜ਼ਬ ਹੈ, ਉਹਦੀ ਡੈਡੀਕੇਸ਼ਨ ਬੜੀ ਕਮਾਲ ਦੀ ਹੈ, ਉਹਦੀ ਸੈਕਰੀਫਿਕੇਸ਼ਨ ਬੜੀ ਗਜ਼ਬ ਦੀ ਹੈ। ਉਹ ਕਈ ਦਫਾ ਇਸ ਤਰ੍ਹਾਂ ਵੀ ਹੁੰਦਾ ਹੈ ਕਿ ਮਾਲਕ ਦਾ ਜਿਹੜਾ ਸਨੇਹ ਕਰਨ ਨੂੰ ਨਾ ਵੀ ਦਿਲ ਹੋਵੇ ਤੇ ਵਫਾਦਾਰ ਕੁੱਤਾ ਤਾਂ ਵੀ ਪੈਰਾਂ 'ਚ ਆ ਕੇ ਬੈਠਦਾ ਹੈ। ਉਹ ਬੋਲ ਨਹੀਂ ਸਕਦਾ ਪਰ ਪਿਆਰ ਕਰਦਾ ਹੈ। ਉਹ ਆਪਣੇ ਸੁਆਮੀ ਦੇ ਪ੍ਰਤੀ ਬਿਲਕੁਲ ਡੈਡੀਕੇਟ ਹੈ। ਉਹ ਆਪਣੇ ਮਾਲਕ ਦੇ ਪ੍ਰਤੀ ਬਿਲਕੁਲ ਸਮਰਪਿਤ ਹੈ। ਤੇ ਇਹ ਸ਼ਾਇਦ 1 ਮਹੀਨਾ ਹੀ ਪਹਿਲੇ ਮੈਂ ਨਿਊਜ਼ ਦੇਖ ਰਿਹਾ ਸੀ, ਸ਼ਾਇਦ BBC ਜਾਂ ਅਲ ਜਜ਼ੀਰਾ ਦੀ ਨਿਊਜ਼ ਹੈ। ਤੁਰਕੀ ਦੇ ਵਿੱਚ ਕਿਸੇ ਸੱਜਣ ਦਾ ਆਪਰੇਸ਼ਨ ਸੀ, ਇਹ ਮਹੀਨਾ ਕੁ ਪਹਿਲੇ ਹੀ ਤੁਸੀਂ ਗੂਗਲ ਕਰ ਸਕਦੇ ਹੋ। ਤੇ ਉਹ ਜਿਹੜਾ ਕੁੱਤਾ ਹੈ ਉਹ ਹੌਸਪੀਟਲ ਦੇ ਬਾਹਰ ਹੀ ਬੈਠਾ ਰਿਹਾ। ਦੇਖੋ ਉਹਦੀ ਕਿਤਨੀ ਮਾਲਕ ਦੇ ਪ੍ਰਤੀ ਡੈਡੀਕੇਸ਼ਨ ਹੈ। ਤੇ ਉਹ ਤਮਾਮ ਕੈਮਰੇ ਵਾਲਿਆਂ ਨੇ ਉਹ ਜਿਹੜਾ ਪੋਜ ਹੈ ਉਹਨੂੰ ਕੈਪਚਰ ਕੀਤਾ। ਉਹ ਰੋਂਦਾ ਰਿਹਾ ਤੇ ਬਾਹਰ ਹੀ ਹੌਸਪੀਟਲ ਦੇ ਬੈਠਾ ਰਿਹਾ। ਉਹਨੂੰ ਪਤਾ ਹੈ ਮਾਲਕ ਦਾ ਆਪਰੇਸ਼ਨ ਹੈ, ਜਿਹਦਾ ਮੇਰਾ ਸੁਆਮੀ ਹੈ ਉਹ ਸਹੀ ਨਹੀਂ ਹੈ। ਗੁਰੂ ਤੇਗ ਬਹਾਦਰ ਸਾਹਿਬ ਕਹਿੰਦੇ ਨੇ, ਇਹ ਮਨੁੱਖ ਤੂੰ ਪਸ਼ੂ ਕੋਲੋਂ ਹੀ ਪ੍ਰੇਰਨਾ ਲੈ ਲਾ, ਸਵਾਨ ਤਜਤ ਨਹੀਂ ਨਿਤ। ਉਹ ਸੁਆਮੀ ਦਾ ਦਰ ਨਹੀਂ ਛੱਡਦਾ। ਨਾਨਕ ਇਹ ਬਿਧ ਹਰ ਭਜੋ। ਇਸ ਤਰੀਕੇ ਨਾਲ, ਇਸ ਜੁਗਤੀ ਨਾਲ,
ਇਸ ਮੈਥਡ ਦੇ ਨਾਲ ਮਹਾਰਾਜ ਕਹਿੰਦੇ ਨੇ ਇੱਕ ਮਨ ਹੋਏ, ਇੱਕ ਚਿੱਤ ਆਪਣੇ ਧਿਆਨ ਨੂੰ, ਆਪਣੇ ਮਨ ਨੂੰ ਉਹ ਪ੍ਰਭੂ ਨਾਲ ਜੋੜ ਲੈ, ਉਹ ਵਾਹਿਗੁਰੂ ਨਾਲ ਜੋੜ ਲੈ, ਉਹ ਭਗਵਾਨ ਨਾਲ ਜੋੜ ਲੈ, ਉਹ ਰਾਮ ਨਾਲ ਜੋੜ ਲੈ, ਉਹ ਬੀਠਲ ਨਾਲ ਜੋੜ ਲੈ, ਉਹ ਗੋਬਿੰਦ ਨਾਲ ਜੋੜ ਲੈ, ਉਹ ਮਧੂਸੂਦਨ ਨਾਲ ਜੋੜ ਲੈ, ਉਹ ਮਾਧਵ ਨਾਲ ਜੋੜ ਲੈ। ਮੈਂ ਅਰਜ਼ ਕਰਾਂ ਨਾਮ ਕੋਈ ਵੀ ਭਗਵਾਨ ਦਾ ਹੋਵੇ, ਨਾਮ ਕੋਈ ਵੀ ਉਹ ਵਾਹਿਗੁਰੂ ਦਾ ਹੋਵੇ। ਮੈਂ ਥੋੜ੍ਹੀ ਜਿਹੀ ਇੱਕ ਗੁਜ਼ਾਰਿਸ਼ ਕਰਾਂ। ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਵਿੱਚ ਇੱਕ ਬੰਗਾਲੀ ਭਗਤ ਬੈਠੇ ਹੈ। ਉਹ ਬੰਗਾਲ ਦੇ ਹਨ ਅਤੇ ਉਹ ਜਾਤ ਕਰਕੇ ਬ੍ਰਾਹਮਣ ਹਨ, ਉਹ ਗੋਤ ਕਰਕੇ ਕੱਟੜ ਬ੍ਰਾਹਮਣ ਹਨ। ਅਤੇ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਵਿੱਚ ਉਹਨਾਂ ਦੇ ਸ਼ਬਦ ਹਨ, ਬੜੇ ਔਖੇ ਸ਼ਬਦ ਹਨ, ਬੜੇ ਕਠਿਨ ਸ਼ਬਦ ਹਨ। ਗਰਜ ਕੇ ਮੈਂ ਅਰਜ਼ ਕਰਾਂ, ਉਹ ਹਨ ਭਗਤ ਜੈਦੇਵ ਜੀ ਮਹਾਰਾਜ। ਜੈਦੇਵ ਜੀ ਦੇ ਇੱਕ ਮਿੱਤਰ ਹੋਏ ਨੇ ਬੰਗਾਲ ਦੇ ਵਿੱਚ, ਅਤੇ ਉਹ ਬਿਲਕੁਲ ਸਮਕਾਲੀ ਹੋਏ ਨੇ, ਜਿਵੇਂ ਦੋ ਦੋਸਤ ਹੁੰਦੇ ਨੇ, ਮਿੱਤਰ ਹੁੰਦੇ ਨੇ। ਅਤੇ ਮੈਂ ਇਹ ਵੀ ਅਰਜ਼ ਕਰਾਂ, ਮਿੱਤਰਤਾ, ਦੋਸਤੀ, ਫਰੈਂਡਸ਼ਿਪ ਸਮਤਲ ਹੁੰਦੀ ਹੈ, ਦੂਸਰੇ ਨਾਲ ਹੋ ਨਹੀਂ ਸਕਦੀ। ਠੱਗ ਦਾ ਠੱਗ ਦੋਸਤ ਹੋਵੇਗਾ, ਬੇਈਮਾਨ ਦੀ ਬੇਈਮਾਨ ਦੇ ਨਾਲ ਬੜੀ ਬਣੇਗੀ, ਧੋਖੇਬਾਜ਼ ਦੀ ਧੋਖੇਬਾਜ਼ ਮਿੱਤਰ ਨਾਲ ਬੜੀ ਪਟੇਗੀ। ਇਸੇ ਤਰ੍ਹਾਂ ਮੈਂ ਅਰਜ਼ ਕਰਾਂ, ਭਗਤ ਦੇ ਭਗਤ ਮਿੱਤਰ, ਗੁਰਮੁਖਾਂ ਦੇ ਗੁਰਮੁਖ ਮਿੱਤਰ। ਭਗਤ ਜੈਦੇਵ ਜੀ ਮਹਾਰਾਜ ਦੇ ਇੱਕ ਮਿੱਤਰ ਹਨ, ਉਹਨੂੰ ਕਹਿੰਦੇ ਨੇ ਚੈਤਨਿਆ ਮਹਾਂਪ੍ਰਭੂ, ਕਿਉਂਕਿ ਦਾਸ ਨੇ ਕਲਕੱਤੇ ਕਾਫੀ ਸਮਾਂ ਗੁਜ਼ਾਰਿਆ ਅਤੇ ਮੈਂ ਉਹਨਾਂ ਦੇ ਬਾਰੇ ਥੋੜ੍ਹੀ ਸਟੱਡੀ ਵੀ ਕੀਤੀ। ਖੈਰ, ਮੈਂ ਮੁਕਤਸਰ ਅਰਜ਼ ਕਰਾਂ, ਉਹ ਜਿਹੜੇ ਚੈਤਨਿਆ ਮਹਾਂਪ੍ਰਭੂ ਸਨ, ਉਹ ਸਮੁੰਦਰ ਦੇ ਕਿਨਾਰੇ ਜਗਨਨਾਥਪੁਰੀ ਦੇ ਬਾਹਰ ਬੈਠ ਕੇ, ਅਤੇ ਆਮ ਤੌਰ 'ਤੇ ਜਦੋਂ ਅਖੰਡ ਕੀਰਤਨੀ ਜਥੇ ਦੇ ਕਈ ਪ੍ਰੇਮੀ ਕੀਰਤਨ ਕਰਦੇ, ਉਹ ਖੜਕਾਲਾਂ ਖੜਕਾਉਂਦੇ ਨੇ। ਆਮ ਤੌਰ 'ਤੇ ਮੈਂ ਦੇਖਿਆ, ਉਹ ਸਾਜ਼ ਦੇ ਤੌਰ ਦੇ ਉੱਤੇ ਪਿੱਛੇ ਖੜਕਾਲਾਂ ਵਜਾਉਂਦੇ ਨੇ ਦੋਵੇਂ ਹੱਥਾਂ ਦੇ ਨਾਲ। ਅਤੇ ਇੱਕ ਬੜਾ ਵੱਡਾ ਰਿਸ਼ੀ ਦਰਅਸਲ ਉਹ ਖੜਕਾਲਾਂ ਹੀ ਖੜਕਾਉਂਦਾ ਸੀ, ਉਹਦਾ ਨਾਮ ਸੀ ਨਾਰਦ ਮੁਨੀ। ਉਹਦਾ ਇਹ ਫੇਵਰੇਟ ਸਾਜ਼ ਸੀ। ਭਗਤ ਚੈਤਨਿਆ ਜੀ ਮਹਾਰਾਜ ਸਮੁੰਦਰ ਦੇ ਕਿਨਾਰੇ, ਕਿਉਂਕਿ ਮੈਂ ਜਗਨਨਾਥਪੁਰੀ ਦੇ ਦਰਸ਼ਨ ਵੀ ਕੀਤੇ ਹਨ, ਜ਼ਿਆਰਤ ਵੀ ਕੀਤੀ ਹੈ। ਉਹ ਬਿਲਕੁਲ ਸਮੁੰਦਰ ਦੇ ਕੰਢੇ 'ਤੇ ਮੰਦਰ ਹੈ, ਅਤੇ ਗਾਲਬਨ 2500 ਸਾਲ ਪੁਰਾਣਾ ਮੰਦਰ ਹੈ। ਧੰਨ ਗੁਰੂ ਨਾਨਕ ਸਾਹਿਬ ਉੱਥੇ ਗਏ, ਆਰਤੀ ਦਾ ਉੱਥੇ ਕੀਰਤਨ ਹੋਇਆ। ਅਤੇ ਕਮਾਲ ਦੀ ਗੱਲ ਦਾਸ ਭੁਵਨੇਸ਼ਵਰ ਵੀ ਗਿਆ, ਪੁਰੀ ਵੀ ਗਿਆ। ਇਹ ਸਾਰੀਆਂ ਜਗ੍ਹਾ ਦੇ ਉੱਤੇ ਮੈਂ ਦੇਖਿਆ। ਪੁਰੀ ਦੇ ਵਿੱਚ ਹੁਣ ਤਾਂ ਮੈਨੂੰ ਖੈਰ ਪਤਾ ਨਹੀਂ, ਉਦੋਂ ਇੱਕ ਵੀ ਸਿੱਖ ਪਰਿਵਾਰ ਨਹੀਂ ਸੀ। ਭੁਵਨੇਸ਼ਵਰ ਦੀ ਸਿੱਖ ਸੰਗਤ ਹੀ ਉੱਥੇ ਸੇਵਾ ਕਰਦੀ ਸੀ। ਤੋ ਚੈਤਨਿਆ ਮਹਾਂਪ੍ਰਭੂ ਜਗਨਨਾਥ ਭਗਵਾਨ ਦੇ ਮੰਦਰ ਦੇ ਬਾਹਰ ਜਦੋਂ ਰਾਤ ਕੋਈ ਵੀ ਨਹੀਂ ਸੀ, ਅਤੇ ਉਹ ਖੜਕਾਲਾਂ ਲੈ ਕੇ ਇੱਕੋ ਹੀ ਸੁਰ ਗਾਉਂਦੇ ਨੇ, ਗੋਬਿੰਦ ਗੋਬਿੰਦ ਗੋਬਿੰਦ। ਉਹ ਗੋਬਿੰਦ ਗੋਬਿੰਦ ਦਾ ਹੀ ਕੀਰਤਨ ਕਰਦੇ ਹਨ। ਅਤੇ ਉਹਨਾਂ ਦੇ ਜਿਹੜੇ ਭਗਤ ਹਨ, ਉਹ ਕਹਿੰਦੇ ਨੇ ਉਹ ਗੋਬਿੰਦ 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 ਕਰਦਿਆਂ ਕਰਦਿਆਂ ਉੱਥੇ ਹੀ ਸਮਾ ਗਏ ਸਨ। ਉੱਥੇ ਹੀ ਉਹ ਕੀਰਤਨ ਕਰਦਿਆਂ ਜੋਤ ਵਲੀਨ ਹੋ ਗਏ ਸਨ। ਧੰਨ ਗੁਰੂ ਤੇਗ ਬਹਾਦਰ ਸਾਹਿਬ ਇੱਥੇ ਉਹਨਾਂ ਭਗਤਾਂ ਦਾ ਹੀ ਜ਼ਿਕਰ ਕਰ ਰਹੇ ਹੈ। ਮਹਾਰਾਜ ਕਹਿੰਦੇ ਨੇ, ਨਾਨਕ ਇਹ ਬਿਧਾਰ ਭਜੋ, ਇੱਕ ਮਨ ਇੱਕ ਹੋਏ ਇੱਕ ਚਿੱਤ। ਦੋ ਚੀਜ਼ਾਂ ਦਾ ਜ਼ਿਕਰ ਹੈ, ਮਨ ਦਾ ਅਤੇ ਚਿੱਤ ਦਾ। ਦਰਅਸਲ ਮਨ ਦਾ ਸੂਖਸ਼ਮ ਭਾਗ ਚਿੱਤ ਹੈ, ਮਨ ਦਾ ਅਸਥੂਲ ਭਾਗ ਮਾਈਂਡ ਹੈ। ਮਾਈਂਡ ਅਤੇ ਚਿੱਤ ਦੋ ਚੀਜ਼ਾਂ ਹਨ, ਪਰ ਦੋਨੋਂ ਇੱਕ ਦੂਜੇ ਨਾਲ ਜੁੜੀਆਂ ਹੋਈਆਂ। ਜਿਵੇਂ ਮੈਂ ਅਰਜ਼ ਕਰਾਂ, ਆਸਾ ਹੈ, ਆਸਾ ਦੇ ਨਾਲ ਮਨਸਾ ਜੁੜੀ ਹੋਈ ਹੈ।
ਉਹ ਦੋਨੋਂ ਹੀ ਇੱਕੋ ਹੀ ਸਿੱਕੇ ਦੇ ਦੋ ਪਹਿਲੂ ਹਨ। ਮਹਾਰਾਜ ਕਹਿੰਦੇ ਨੇ ਮਨ ਕਰਕੇ, ਚਿੱਤ ਕਰਕੇ ਉਸ ਭਗਵਾਨ ਨੂੰ ਚੇਤੇ ਕਰੋ, ਉਸ ਵਾਹਿਗੁਰੂ ਨੂੰ ਚੇਤੇ ਕਰੋ। ਅੱਗੇ ਜੋ 45ਵਾਂ ਸ਼ਲੋਕ ਹੈ ਉਹਦੀ ਵਿਚਾਰ ਆਪ ਸਰਵਣ ਕਰੋ ਤੇ ਫਿਰ ਸਮਾਪਤੀ ਹੈ। ਪੰਕਤੀਆਂ ਹਿਰਦੇ 'ਚ ਪ੍ਰਵੇਸ਼ ਕਰ ਜਾਣ। ਮਨ ਦੀ ਇਕਾਗਰਤਾ ਲਈ, ਪਾਕੀਜ਼ਗੀ ਲਈ, ਟਿਕਾਓ ਲਈ, ਠਹਿਰਾਓ ਲਈ ਇੱਕ ਦਫਾ ਪਿਆਰ ਨਾਲ ਜਪੋ ਸਤਨਾਮ ਸ਼੍ਰੀ ਵਾਹਿਗੁਰੂ। ਫਿਰ ਜਪੋ ਸਤਨਾਮ ਸ਼੍ਰੀ ਵਾਹਿਗੁਰੂ। ਅੱਗੇ 46ਵਾਂ ਸ਼ਲੋਕ ਹੈ, ਤੀਰਥ ਬਰਤਰ ਦਾਨ ਕਰ, ਮਨ ਮੈਂ ਦਰੇ ਗੁਮਾਨ, ਨਾਨਕ ਨੇਫਲ ਜਾਤ ਤਹਿ ਜਿਉ ਕੁੰਚਰ ਇਸ਼ਨਾਨ। ਸਾਹਿਬ ਕਹਿੰਦੇ ਨੇ ਕਈ ਵਾਹਿਗੁਰੂ ਦੀ ਪ੍ਰਾਪਤੀ ਲਈ ਤੀਰਥਾਂ ਦੇ ਉੱਤੇ ਜਾਂਦੇ ਨੇ, ਵਰਤ ਰੱਖਦੇ, ਫਿਰ ਉੱਥੇ ਜਾ ਕੇ ਦਾਨ ਵੀ ਕਰਦੇ, ਦਾਨ ਦਕਸ਼ਣਾ ਵੀ ਹੈ। ਆਪ ਸੁਣ ਕੇ ਹੈਰਾਨ ਹੋਵੋਗੇ। ਹੁਣੇ ਹੀ ਦਾਸ ਭਾਰਤ ਦੀ ਸਾਊਥ ਇੰਡੀਆ ਦੇ ਟ੍ਰਿਪ 'ਤੇ ਸੀ ਅਤੇ ਮੈਂ ਤ੍ਰਿਵੇਂਦਰਮ ਦੇ ਵਿੱਚ ਇੱਕ ਮੰਦਰ ਦੇਖਿਆ। ਆਪ ਸੁਣ ਕੇ ਹੈਰਾਨ ਹੋਵੋਗੇ। ਉਹ ਸਾਰੀ ਦੁਨੀਆ ਦਾ ਕਹਿੰਦੇ ਨੇ ਅਮੀਰ ਮੰਦਰ ਹੈ, ਰਿਚ ਮੰਦਰ ਹੈ, ਰਿਚੈਸਟ ਟੈਂਪਲ ਇਨ ਦਾ ਵਰਲਡ। ਉਹਨੂੰ ਕਹਿੰਦੇ ਨੇ ਸੁਆਮੀ ਨਾਥਨ ਮੰਦਰ, ਕੇਰਲਾ ਦੇ ਵਿੱਚ, ਕੇਰਲਾ ਦੀ ਕੈਪੀਟਲ ਤ੍ਰਿਵੇਂਦਰਮ 'ਚ। ਬੜਾ ਅਮੀਰ ਮੰਦਰ। ਸਾਰੀ ਦੁਨੀਆ ਦੇ ਵਿੱਚੋਂ ਸਭ ਤੋਂ ਜ਼ਿਆਦਾ ਗੋਲਡ ਉੱਥੇ ਚੜ੍ਹਦਾ ਹੈ। ਇੰਨਾ ਕਹਿੰਦੇ ਨੇ ਉੱਥੇ ਗੋਲਡ ਹੈ ਕਿ ਪੁੱਛੋ ਹੀ ਕੁਝ ਨਾ। ਡਾਇਮੰਡ ਹਨ। ਵੱਡੇ ਵੱਡੇ ਸੈਲੀਬ੍ਰਿਟੀਜ਼, ਡਿਪਲੋਮੈਟਿਕਸ ਉੱਥੇ ਜਾਂਦੇ ਨੇ। ਸੁਆਮੀ ਨਾਥਨ ਮੰਦਰ ਬੜਾ ਪ੍ਰਸਿੱਧ ਮੰਦਰ ਸਾਊਥ ਦਾ। ਲੋਕ ਦਾਨ ਕਰਦੇ, ਸੋਨੇ ਦਾ ਦਾਨ, ਹਾਥੀਆਂ ਦਾ ਦਾਨ। ਵੈਸੇ ਕੇਰਲਾ ਦੇ ਵਿੱਚ ਹਾਥੀ ਵੀ ਬਹੁਤ ਹੈ, ਉਹ ਦਾਨ ਕਰਦੇ। ਮਹਾਰਾਜ ਕਹਿੰਦੇ ਨੇ ਤੀਰਥ ਬਰਤਰ ਦਾਨ ਕਰ, ਮਨ ਮੈਂ ਦਰੇ ਗੁਮਾਨ। ਚੰਗਾ ਹੈ ਦਾਨ ਕਰਨਾ, ਸ਼ੁਭ ਹੈ, ਭਲਾ ਹੈ, ਪਰ ਅੰਦਰ ਜੇ ਹੰਕਾਰ ਹੈ ਕਿ ਮੇਰੇ ਤੋਂ ਵੱਡਾ ਦਾਨੀ ਕੋਈ ਨਹੀਂ, ਮੇਰੇ ਤੋਂ ਵੱਡਾ ਗਿਆਨੀ ਹੀ ਕੋਈ ਨਹੀਂ। ਸ਼ੇਖ ਸ਼ਾਦੀ ਸਾਹਿਬ ਨੇ ਗੁਲਿਸਤਾਨ ਦੇ ਵਿੱਚ ਇੱਕ ਬੋਲ ਬੜੇ ਕਮਾਲ ਦੇ ਲਿਖੇ। ਉਹ ਕਹਿੰਦੇ ਨੇ ਬੰਦੇ ਦੀ ਇੱਕ ਬੜੀ ਭਾਰੀ ਕਮਜ਼ੋਰੀ ਹੈ। ਪਤਾ ਕੀ ਸ਼ੇਖ ਸ਼ਾਦੀ ਨੇ ਗੁਲਿਸਤਾਨ ਦੇ ਵਿੱਚ ਲਿਖਿਆ। ਉਹ ਕਹਿੰਦੇ ਜਦੋਂ ਬੰਦਾ ਜੰਮਦਾ ਹੈ ਨਾ, ਮਨੁੱਖ ਜੰਮਦਾ ਹੈ, ਅਤੇ ਸ਼ੈਤਾਨ ਜਿਹੜਾ ਉਹਦੇ ਕੰਨ 'ਚ ਇੱਕ ਫੂਕ ਮਾਰ ਦਿੰਦਾ ਹੈ। ਪਤਾ ਕੀ ਕਿ ਤੇਰੇ ਤੋਂ ਉੱਤੇ ਹੈ ਹੀ ਕੋਈ ਨਹੀਂ, ਜੋ ਹੈ ਤੂੰ ਹੀ ਤੂੰ ਹੈ। ਉਹ ਸ਼ੇਖ ਸ਼ਾਦੀ ਕਹਿੰਦੇ ਨੇ ਐਸੀ ਸ਼ੈਤਾਨ ਨੇ ਫੂਕ ਮਾਰੀ ਕੰਨ 'ਚ, ਬੰਦਾ ਸਾਰੀ ਉਮਰ ਉਹਨੂੰ ਸਿਰ 'ਤੇ ਚੁੱਕ ਕੇ ਰੱਖਦਾ, ਮੇਰੇ ਤੋਂ ਉੱਤੇ ਹੈ ਹੀ ਕੋਈ ਨਹੀਂ, ਮੇਰੇ ਤੋਂ ਜ਼ਿਆਦਾ ਦਾਨੀ ਕੋਈ ਨਹੀਂ, ਗਿਆਨੀ ਕੋਈ ਨਹੀਂ, ਸਿਆਣਾ ਕੋਈ ਨਹੀਂ, ਮਾਇਆ ਧਾਰੀ ਕੋਈ ਨਹੀਂ, ਪ੍ਰਤਿਸ਼ਠਾਵਾਨ ਕੋਈ ਨਹੀਂ। ਮਹਾਰਾਜ ਕਹਿੰਦੇ ਨੇ ਮਨ ਮੈਂ ਦਰੇ ਗੁਮਾਨ। ਜੇ ਇਹ ਹੰਕਾਰ ਹੈ, ਨਾਨਕ ਨਿਹਫਲ ਜਾਤ ਤੈ ਜਿਉ ਕੁੰਚਰ ਇਸ਼ਨਾਨ। ਇਹ ਸਾਰਾ ਸ਼ੁਭ ਕਰਮਾਂ ਦਾ ਹੰਕਾਰ ਉਹ ਹਾਥੀ ਦੀ ਤਰ੍ਹਾਂ ਹੈ, ਜਿਹੜਾ ਇੱਧਰ ਨਹਾਉਂਦਾ ਹੈ ਅਤੇ ਇੱਧਰ ਉਹ ਉਂਡੇਲਦਾ ਹੈ ਅਤੇ ਸਾਰੀ ਖਾਕ ਆਪਣੇ ਉੱਤੇ ਹੀ ਪਾ ਲੈਂਦਾ ਹੈ। ਸਾਰੀ ਮਿੱਟੀ ਧੂਲ ਆਪਣੇ ਉੱਪਰ ਹੀ ਸੁੱਟ ਲੈਂਦਾ ਹੈ। ਮਹਾਰਾਜ ਕਹਿੰਦੇ ਨੇ ਉਹ ਹਾਥੀ ਦੇ ਇਸ਼ਨਾਨ ਦੀ ਤਰ੍ਹਾਂ ਹੈ। ਜੇ ਅੰਦਰ ਹੰਕਾਰ ਹੈ ਅਤੇ ਜੇ ਇਹ ਅੰਦਰ ਇਹ ਭਾਵਨਾ ਹੈ, ਹੇ ਪ੍ਰਭੂ ਮੇਰਾ ਕੁਛ ਨਹੀਂ, ਤੇਰਾ ਹੀ ਸਭ ਕੁਝ ਦਿੱਤਾ ਹੋਇਆ ਹੈ, ਅਤੇ ਉਹ ਦਾਨ ਵੀ ਸਫਲ ਹੈ, ਉਹ ਪੁੰਨ ਵੀ ਸਫਲ ਹੈ, ਉਹ ਗਿਆਨ ਵੀ ਸਫਲ ਹੈ। ਇਹ ਅੱਜ ਦੇ ਸ਼ਲੋਕ ਦੀ ਵਿਚਾਰ ਸੀ।
ਅੱਗੇ ਜੋ ਸਲੋਕ ਹੈ, ਸਿਰ ਕੰਪਿਓ ਪਗ ਡਗਮਗੈ, ਨੈਣ ਜੋਤ ਤੇ ਹੀਨ, ਕਹੋ ਨਾਨਕ ਇਹ ਬਿਦ ਬਈ, ਤਉ ਨਾ ਹਰ ਰਸ ਲੀਨ। ਇਹਦੀ ਵਿਚਾਰ ਕੰਟੀਨਿਊ ਰਹੇਗੀ। ਹੋਈਆਂ ਭੁੱਲਾਂ ਦੀ ਖਿਮਾ। ਸਾਰਿਆਂ ਦਾ ਹਾਰਦਿਕ ਤੌਰ 'ਤੇ ਧੰਨਵਾਦ। ਸਾਰਿਆਂ ਨੂੰ ਜੀ ਆਇਆਂ ਨੂੰ। ਮੇਰੇ ਖਾਸ ਵੱਡੇ ਵੀਰ ਕਾਲੜਾ ਜੀ ਬੜਾ ਲਗਨ ਦੇ ਨਾਲ ਰਿਕਾਰਡਿੰਗ ਕਰਦੇ ਨੇ। ਮੈਂ ਅਰਜ਼ ਕਰਾਂ, ਇਹ ਸੇਵਾ ਕਹਿਣੀ ਬੜਾ ਸੌਖਾ ਕੰਮ ਹੈ, ਕਰਨੀ ਬੜਾ ਔਖਾ ਕੰਮ ਹੈ। ਜਿੱਥੇ ਜਿੱਥੇ ਵੀ ਕੀਰਤਨ ਹੋਵੇ, ਕਈ ਦਫਾ ਮੈਨੂੰ ਵੀ ਕਿਸੇ ਸਪੈਸ਼ਲ ਸ਼ਬਦ ਦੀ ਲੋੜ ਪਵੇ, ਮੈਂ ਇਹਨਾਂ ਨੂੰ ਗੁਜ਼ਾਰਿਸ਼ ਕਰਦਾ ਹਾਂ। ਤੋ ਇਹ ਵੀ ਆਏ ਨੇ। ਭਾਵੇਂ ਕਿ ਮੈਂ ਬੈਠਾ ਬੈਠਾ ਸੋਚ ਰਿਹਾ ਸੀ, ਕੋਈ ਸਮਾਂ ਸੀ ਇੱਥੇ ਫਰਾਈਡੇ ਦਾ ਦੀਵਾਨ ਹੋਣਾ ਰਾਤ ਦੇ 10 ਵਜੇ ਤੱਕ ਸੰਗਤ ਦਾ, ਪਰ ਹੁਣ ਸਮਾਂ ਹੀ ਐਸਾ ਬਣ ਗਿਆ ਹੈ। ਉਹ ਵੀ ਦੌਰ ਸੀ, ਇਹ ਵੀ ਦੌਰ ਹੈ। ਵਾਹਿਗੁਰੂ ਕਰੇ ਚੜ੍ਹਦੀ ਕਲਾ ਦੀ ਦਾਤ ਇਹਨਾਂ ਨੂੰ ਪ੍ਰਦਾਨ ਕਰੇ। ਹੋਈਆਂ ਬੁੱਲਾਂ ਦੀ ਖਿਮਾ। ਸਾਰਿਆਂ ਦਾ ਹਾਰਦਿਕ ਤੌਰ 'ਤੇ ਧੰਨਵਾਦ। ਜੀ ਆਇਆਂ ਨੂੰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰਾਮ